सत श्री अकाल। मैं हाँ नवीन कुमार, साइंस मास्टर सरकारी सीनियर सैकेंडरी स्कूल जहांगीर केहरू, ब्लॉक तूरी, जिला संगरूर। अज मैं तुहानू क्लास 10वीं विशा साइंस अध्याय तीजा धातां अते धातां दे टॉपिक धातां अते धातां दे बारे जानकारी देवांगा। प्यारे विद्यार्थियों, तुसी पिछली 9वीं क्लास विच तत्तां दा वर्गीकरण किया है। उस जगह उपर तुसी ने तत्तां नूं 3 वर्गां विच वंडिया। पहला वर्ग धातां, दूसरा वर्ग अधातां, तीसरा वर्ग उपधातां। धातां की हुंदियां हन? ओह पदार्थ जो ताप अते बिजली दे सुचालक हुंदे हन, जो कुटीनयोग, खचीनयोग अते कुट्टण ते टिन-टिन दी आवाज़ पैदा करन नूं धातां कहा जाता है। अधातां ਉਹ पदार्थ जो ताप अते बिजली के खुचालक होंदे हन, जो कटीनयोग, खचीनयोग नहीं होंदे। यह भुरभुरे अते कुट्टण ते टिन-टिन की आवाज़ पैदा ना करन नूं अधाता कहा जाता है। धातां अते धातां दे भौतिक गुण। धातां अते धातां दे भौतिक गुणां विच सब तो पहला अवस्था, उन्हां दा धातवी चमक, ताप की चालकता, बिजली की चालकता, कुटीनयोगता, खचीनयोगता अते धातां की आवाज़ हन। उस तरह ही धातां अते धातां के रसायनिक गुण। की विद्यार्थियों तुसी कदे सोचा है कि की हुंदा है जदों धातां नूं हवा विच जलाया जाता है? धातां जदों पानी नाल प्रतिक्रिया करदियां हन तां की हुंदा है? की हुंदा है जदों धातां तेजाब नाल क्रिया करदियां हन? होर धातवी लूणा दे घोलां नाल किवें प्रतिक्रियावां करदियां हन अते धातां दी क्रियाशीलता लड़ी की है? अज मैं तुहानूं इन्हां बारे विस्तारपूर्वक पढ़ावांगा। सब तो पहला असीं धातां अते धातां दे भौतिक गुणां बारे पढ़ांगे। धातां अते अधातां दे भौतिक गुण। पहला गुण अवस्था। असीं जाणदे हां पदार्थ 3 अवस्थावां विच मिलदा है, ठोस, तरल अते गैस। ਤਾਂ ਆਓ ਅਸੀਂ ਸਾਰਣੀ ਰਾਹੀਂ ਧਾਤਾਂ ਅਤੇ ਅਧਾਤਾਂ ਦੇ ਤਿੰਨਾਂ ਰੂਪਾਂ ਬਾਰੇ ਜਾਣਕਾਰੀ ਹਾਸਲ ਕਰੀਏ। ਧਾਤਾਂ ਨੂੰ ਅਸੀਂ ਨੇ 2 ਵਰਗਾਂ ਵਿੱਚ ਵੰਡਿਆ। ਪਹਿਲਾ ਵਰਗ ਅਸੀਂ ਨੇ ਠੋਸ ਰੂਪ ਵਿੱਚ ਦੱਸਿਆ। ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਕਾਪਰ, ਆਇਰਨ, ਗੋਲਡ, ਇਹ ਸਾਰੀਆਂ ਧਾਤਾਂ ਠੋਸ ਰੂਪ ਵਿੱਚ ਹੁੰਦੀਆਂ ਹਨ ਅਤੇ ਮਰਕਰੀ ਧਾਤ ਤਰਲ ਅਵਸਥਾ ਵਿੱਚ ਮਿਲਦੀ ਹੈ। ਅੱਗੇ ਅਸੀਂ ਨੌਨ ਮੈਟਲ ਅਧਾਤਾਂ ਬਾਰੇ ਪੜ੍ਹਾਂਗੇ। ਅਧਾਤਾਂ ਦੇ ਵਿੱਚ ਅਸੀਂ ਨੇ ਤਿੰਨੋਂ ਸਥਿਤੀਆਂ ਰੱਖੀਆਂ ਹਨ: ਆਕਸੀਜਨ, ਨਾਈਟ੍ਰੋਜਨ, ਕਲੋਰੀਨ, ਹਾਈਡਰੋਜਨ। ਇਹ ਗੈਸਾਂ ਹਨ। ਆਇਓਡੀਨ, ਸਲਫਰ, ਕਾਰਬਨ, ਇਹ ਠੋਸ ਰੂਪ ਵਿੱਚ ਮਿਲਦੇ ਹਨ। ਬਰਮੀਨ ਸਾਨੂੰ ਲਿਕੁਇਡ ਵਿੱਚ ਮਿਲਦਾ ਹੈ। ਧਾਤਵੀ ਚਮਕ। ਤੁਸੀਂ ਵਿਦਿਆਰਥੀਓ ਦੇਖਿਆ ਹੀ ਹੋਵੇਗਾ ਕਿ ਗਹਿਣੇ ਸੋਨੇ ਅਤੇ ਚਾਂਦੀ ਦੇ ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਆਪਣੀ ਹੀ ਚਮਕ ਹੁੰਦੀ ਹੈ। ਉਸੇ ਤਰ੍ਹਾਂ ਹੀ ਲੋਹਾ, ਤਾਂਬਾ ਅਤੇ ਐਲੂਮੀਨੀਅਮ ਧਾਤਾਂ ਦੀ ਵੀ ਆਪਣੀ ਚਮਕ ਹੁੰਦੀ ਹੈ। ਇਸ ਦੇ ਦੂਸਰੇ ਪਾਸੇ ਅਸੀਂ ਜਦੋਂ ਅਧਾਤਾਂ ਨੂੰ ਵੇਖਦੇ ਹਾਂ ਤਾਂ ਧਾਤਾਂ ਦੀ ਆਪਣੀ ਚਮਕ ਨਹੀਂ ਹੁੰਦੀ। ਤਾਪ ਦੀ ਚਾਲਕਤਾ। ਪਿਆਰੇ ਵਿਦਿਆਰਥੀਓ, ਤੁਹਾਡੇ ਘਰਾਂ ਵਿੱਚ ਭੋਜਨ ਬਣਾਉਣ ਵਾਲੇ ਭਾਂਡੇ ਧਾਤਾਂ ਦੇ ਬਣੇ ਹੁੰਦੇ ਹਨ ਤਾਂ ਉਹਨਾਂ ਵਿੱਚ ਜਲਦੀ ਭੋਜਨ ਬਣ ਜਾਂਦਾ ਹੈ। ਉਹ ਲੱਕੜੀ ਜਾਂ ਪਲਾਸਟਿਕ, ਰਬੜ ਦੇ ਨਹੀਂ ਬਣਾਏ ਜਾਂਦੇ। ਇਸ ਦੇ ਉਲਟ ਜੇ ਅਸੀਂ ਧਾਤਾਂ ਜਿਵੇਂ ਲੱਕੜੀ, ਪਲਾਸਟਿਕ, ਰਬੜ ਦਾ ਇਸਤੇਮਾਲ ਨਹੀਂ ਕਰਦੇ, ਕਿਉਂਕਿ ਇਹ ਧਾਤਾਂ ਹਨ ਜੋ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ। ਇਸੇ ਤਰ੍ਹਾਂ ਅਸੀਂ ਅੱਜ ਆਪਣੀ ਇਸ ਤਾਪ ਦੀ ਚਾਲਕਤਾ ਦੀ ਪਰਖ ਕਰਨ ਲਈ ਇੱਕ ਕਿਰਿਆ ਕਰਾਂਗੇ। ਆਓ ਵਿਦਿਆਰਥੀਓ ਆਪਾਂ ਕਿਰਿਆ ਕਰੀਏ। ਇਸ ਕਿਰਿਆ ਲਈ ਅਸੀਂ ਲੋੜੀਂਦਾ ਸਮਾਨ ਇਕੱਤਰਿਤ ਕਰਾਂਗੇ, ਜਿਵੇਂ ਸਾਡੇ ਪਾਸ ਮਾਚਿਸ ਬਾਕਸ, ਮੋਮਬੱਤੀ, ਨੇਲਸ ਐਂਡ ਇੱਕ ਲੋਹੇ ਦਾ ਸਕੇਲ। ਹੁਣ ਅਸੀਂ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ
ਨੇਲਸ ਨੂੰ ਸਕੇਲ ਦੇ ਉੱਪਰ ਲਗਾਉਣਾ ਹੈ, ਉਸ ਦੇ ਲਈ ਅਸੀਂ ਪਹਿਲਾਂ ਨੇਲਸ ਦੀ ਆਪਸ ਵਿੱਚ ਸਮਾਨ ਦੂਰੀ ਬਣਾ ਕੇ ਰੱਖਾਂਗੇ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਮੋਮਬੱਤੀ ਜਲਾਈ, ਅਤੇ ਇੱਕ ਇੱਕ ਪਿੰਨ ਨੂੰ ਅਸੀਂ ਨੇ ਮੋਮ ਦੀ ਸਹਾਇਤਾ ਦੇ ਨਾਲ ਇਸ ਲੋਹੇ ਦੇ ਸਕੇਲ ਉੱਪਰ ਲਗਾ ਦੇਣਾ ਹੈ। ਵਿਦਿਆਰਥੀਓ ਧਿਆਨ ਰਹੇ, ਮੋਮ ਦਾ ਇਸਤੇਮਾਲ ਜ਼ਿਆਦਾ ਨਹੀਂ ਕਰਨਾ, ਥੋੜਾ ਹੀ ਕਰਨਾ ਹੈ ਤਾਂ ਜੋ ਥੋੜੇ ਹੀਟ ਦੇ ਨਾਲ ਇਹ ਪਿੰਸ ਨੀਚੇ ਗਿਰ ਸਕਣ। ਹੁਣ ਤੁਸੀਂ ਦੇਖ ਰਹੇ ਹੋ ਅਸੀਂ ਨੇਲਸ ਨੂੰ ਲਗਾ ਦਿੱਤਾ ਹੈ। ਹੁਣ ਅਸੀਂ ਸਕੇਲ ਨੂੰ ਕਿਸੇ ਉਚਾਈ ਦੇ ਉੱਪਰ ਫਿੱਟ ਕਰ ਦੇਵਾਂਗੇ, ਜਿਸ ਦੇ ਨਾਲ ਅਸੀਂ ਪ੍ਰਯੋਗ ਕਰਨ ਦੇ ਸਮੇਂ ਮੋਮਬੱਤੀ ਇਸ ਸਕੇਲ ਦੇ ਹੇਠਾਂ ਰੱਖੀ। ਤੁਸੀਂ ਦੇਖਿਆ ਇੱਕ ਨੇਲ ਨਾਲ ਦੀ ਨਾਲ ਨੀਚੇ ਗਿਰ ਗਈ। ਹੌਲੀ ਹੌਲੀ ਇਹ ਤਾਪ ਇਸ ਸਕੇਲ ਦੇ ਵਿੱਚ ਜਾਣਾ ਸ਼ੁਰੂ ਹੋ ਜਾਏਗਾ ਅਤੇ ਇਹ ਸਕੇਲ ਦੇ ਇਸ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਵੱਲ ਨੂੰ ਵੱਧਦਾ ਚਲਾ ਜਾਏਗਾ, ਤਾਂ ਦੂਸਰੇ ਪਿੰਨ ਦੇ ਨਾਲ ਲੱਗੀ ਹੋਈ ਮੋਮ ਵੀ ਹੌਲੀ ਹੌਲੀ ਪਿਘਲ ਕੇ ਹੇਠਾਂ ਗਿਰ ਗਈ ਹੈ। ਇਸੇ ਤਰ੍ਹਾਂ ਇਹ ਤਾਪ ਹੌਲੀ ਹੌਲੀ ਅੱਗੇ ਵਧੇਗਾ ਤੇ ਇਸ ਨਾਲ ਅੱਗੇ ਲੱਗੀ ਪਿੰਨ ਵੀ ਹੇਠਾਂ ਗਿਰ ਜਾਵੇਗੀ। ਤਾਂ ਇਹ ਕਿਰਿਆ ਸਿੱਧ ਕਰਦੀ ਹੈ ਕਿ ਤਾਪ ਧਾਤਾਂ ਦੇ ਵਿੱਚ ਚੱਲਦਾ ਹੈ। ਬਿਜਲੀ ਦੀ ਚਾਲਕਤਾ। ਪਿਆਰੇ ਵਿਦਿਆਰਥੀਓ, ਅਕਸਰ ਹੀ ਤੁਹਾਡੇ ਘਰਾਂ ਦੇ ਵਿੱਚ ਤਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਬਿਜਲੀ ਨੂੰ ਸਪਲਾਈ ਕਰਨ ਦੇ ਲਈ। ਉਹ ਕਿਸ ਚੀਜ਼ ਦੀਆਂ ਬਣੀਆਂ ਹੁੰਦੀਆਂ ਹਨ? ਉਹ ਧਾਤਾਂ ਦੀਆਂ ਬਣੀਆਂ ਹੁੰਦੀਆਂ ਹਨ। ਇਸ ਲਈ ਅਸੀਂ ਆਪਣੀ ਇੱਕ ਕਿਰਿਆ ਕਰਕੇ ਦੇਖਾਂਗੇ, ਜਿਸ ਵਿੱਚ ਅਸੀਂ ਦੇਖਾਂਗੇ ਬੈਟਰੀ ਦੇ ਨਾਲ ਇੱਕ ਬੱਲਬ ਲਗਾਇਆ ਗਿਆ ਹੈ ਅਤੇ ਇੱਕ ਸਵਿਚ ਲੱਗਿਆ ਹੈ, ਤੇ ਬੈਟਰੀ ਦੇ ਇੱਕ ਪਾਸੇ ਟਰਮੀਨਲ ਕਲਿੱਪ A ਲਗਾਇਆ ਗਿਆ ਹੈ, ਦੂਸਰਾ ਕਲਿੱਪ B ਲਗਾਇਆ ਗਿਆ ਹੈ। ਆਓ ਇਸ ਕਿਰਿਆ ਰਾਹੀਂ ਅਸੀਂ ਚਾਲਕਤਾ ਦੀ ਪਰਖ ਕਰਕੇ ਦੇਖਾਂਗੇ। ਅਸੀਂ ਇੱਕ ਸਰਕਟ ਤਿਆਰ ਕੀਤਾ ਜਿਸ ਵਿੱਚ ਬੱਲਬ, ਬੈਟਰੀ ਤੇ ਸਵਿਚ ਲਗਾਇਆ ਗਿਆ, ਤੇ ਤਾਰਾਂ ਦੇ ਨਾਲ ਦੋਨੇ ਪਾਸੇ ਅਸੀਂ ਇੱਕ ਨੇਲ ਜੜਾਈਆਂ, ਜਿਨ੍ਹਾਂ ਨੂੰ ਦੇ ਨਾਲ ਚਮਚ, ਪਲਾਸਟਿਕ ਦੀ ਕੈਪ, ਨੇਲ ਤੇ ਪੈਨਸਲ ਰੱਖੀ। ਸਵਿਚ ਔਨ ਕਰਨ ਤੇ ਨੇਲਸ ਨੂੰ ਜੋੜਿਆ ਤਾਂ ਨੇਲਸ ਦੇ ਜੋੜਨ ਨਾਲ ਬੱਲਬ ਜਗ ਰਿਹਾ ਸੀ, ਜੋ ਸਾਡਾ ਇੱਕ ਟੈਸਟਰ ਬਣ ਗਿਆ ਹੈ ਕਿ ਕਰੰਟ ਲੰਘ ਰਿਹਾ ਹੈ। ਤਾਂ ਹੁਣ ਅਸੀਂ ਸਭ ਤੋਂ ਪਹਿਲਾਂ ਇਸ ਨੂੰ ਚਮਚ ਦੇ ਨਾਲ ਜੋੜਾਂਗੇ, ਦੇਖਾਂਗੇ ਕਿ ਕਰੰਟ ਲੰਘ ਰਿਹਾ ਹੈ ਕਿ ਨਹੀਂ ਲੰਘ ਰਿਹਾ। ਤਾਂ ਜਦੋਂ ਅਸੀਂ ਚਮਚ ਦੇ ਸਿਰੇ ਤੇ ਲਾਉਂਦੇ ਹਾਂ ਤਾਂ ਇਸ ਵਿੱਚ ਦੀ ਕਰੰਟ ਲੰਘ ਗਿਆ, ਬੱਲਬ ਜਗ ਰਿਹਾ ਸੀ। ਹੁਣ ਅਸੀਂ ਇਸ ਨੂੰ ਪਲਾਸਟਿਕ ਦੇ ਕੈਪ ਨਾਲ ਲਾਵਾਂਗੇ, ਜਿਸ ਨਾਲ ਬੱਲਬ ਨਹੀਂ ਜਗਦਾ, ਅਧਾਤ ਹੈ। ਇਸ ਤੋਂ ਬਾਅਦ ਅਸੀਂ ਨੇਲ ਦੇ ਨਾਲ ਜੋੜਾਂਗੇ ਤਾਂ ਨੇਲ ਵਿੱਚ ਦੀ ਕਰੰਟ ਲੰਘੇਗਾ, ਬੱਲਬ ਜਗਦਾ ਹੈ। ਇਸ ਤੋਂ ਬਾਅਦ ਅਸੀਂ ਪੈਨਸਲ ਦੇ ਉੱਤੇ ਲਗਾਉਂਦੇ ਹਾਂ, ਜਿਸ ਨਾਲ ਬੱਲਬ ਨਹੀਂ ਜਗਦਾ, ਤਾਂ ਇਹ ਇੱਕ ਅਧਾਤ ਹੈ। ਕੁਟੀਨ ਯੋਗਤਾ। ਧਾਤਾਂ ਨੂੰ ਕੁੱਟ ਕੇ ਸ਼ੀਟਾਂ ਬਣਾਈਆਂ ਜਾ ਸਕਦੀਆਂ ਹਨ, ਚਾਦਰਾਂ ਬਣਾਈਆਂ ਜਾ ਸਕਦੀਆਂ ਹਨ, ਜਿਵੇਂ ਕਿ ਤੁਹਾਡੇ ਸਾਹਮਣੇ ਗੋਲਡ ਪਲੇਟ, ਕਾਪਰ ਦੀ ਸ਼ੀਟ, ਐਲੂਮੀਨੀਅਮ ਦੀ ਸ਼ੀਟ ਅਤੇ ਜ਼ਿੰਕ ਦੀ ਸ਼ੀਟ ਦਿਖਾਈ ਗਈ ਹੈ। ਇਸ ਦੇ ਉਲਟ ਜੇਕਰ ਅਸੀਂ ਅਧਾਤਾਂ ਨੂੰ ਕੁੱਟਣ ਦੀ ਕੋਸ਼ਿਸ਼ ਕਰਾਂਗੇ ਤਾਂ ਅਧਾਤਾਂ ਭੁਰ ਜਾਣਗੀਆਂ ਅਤੇ ਟੁੱਟ ਜਾਣਗੀਆਂ, ਪਰ ਉਹਨਾਂ ਦੀਆਂ ਸ਼ੀਟਾਂ ਨਹੀਂ ਬਣਾਈਆਂ ਜਾ ਸਕਦੀਆਂ। ਹਾਂ, ਇੱਕ ਅਵਸਥਾ ਜਿਸ ਵਿੱਚ ਅਸੀਂ ਉਹਨਾਂ ਨੂੰ ਪਿਘਲਾ ਕੇ ਉਹਨਾਂ ਦੀਆਂ ਸ਼ੀਟਾਂ ਬਣਾ ਸਕਦੇ ਹਾਂ, ਪਰ ਕੁੱਟ ਕੇ ਨਹੀਂ ਬਣਾ ਸਕਦੇ। ਖਿਚੀਨ ਯੋਗਤਾ। ਧਾਤਾਂ ਦਾ ਇੱਕ ਗੁਣ ਹੋਰ ਹੈ, ਜਿਸ ਵਿੱਚ ਧਾਤਾਂ ਨੂੰ ਖਿੱਚ ਕੇ ਅਸੀਂ ਲੰਬੀਆਂ ਤਾਰਾਂ ਬਣਾ ਸਕਦੇ ਹਾਂ, ਜਿਸ ਨੂੰ ਅਸੀਂ ਘਰਾਂ ਦੀਆਂ ਬਿਜਲੀ ਦੀਆਂ ਫਿਟਿੰਗ ਦੀਆਂ ਤਾਰਾਂ ਦੇ ਵਜੋਂ ਵਰਤ ਸਕਦੇ ਹਾਂ। ਅਸੀਂ ਸੋਨੇ ਅਤੇ ਚਾਂਦੀ ਦੀਆਂ ਪਤਲੀਆਂ ਤਾਰਾਂ ਬਣਾ ਕੇ ਉਹਨਾਂ ਨੂੰ ਅਸੀਂ ਸੋਹਣੇ ਸੋਹਣੇ ਗਹਿਣੇ ਬਣਾਉਣ ਵਿੱਚ ਵਰਤ ਸਕਦੇ ਹਾਂ। ਇਸ ਦੇ ਉਲਟ ਜੇਕਰ ਅਸੀਂ ਅਧਾਤਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰਾਂਗੇ ਤਾਂ ਅਧਾਤਾਂ ਟੁੱਟ ਜਾਣਗੀਆਂ, ਜੋ ਖਿੱਚਣਯੋਗ ਨਹੀਂ ਹੋਣਗੀਆਂ। ਧਾਤਾਂ ਅਤੇ ਅਧਾਤਾਂ ਦੀ ਆਵਾਜ਼। ਅਸੀਂ ਅਕਸਰ ਹੀ
ਵੇਖਿਆ ਹੋਣਾ, ਸਕੂਲ ਵਿੱਚ ਜਦੋਂ ਘੰਟੀ ਵੱਜਦੀ ਹੈ ਤਾਂ ਸਾਨੂੰ ਦੂਰ ਤੋਂ ਹੀ ਟਿਨ ਟਿਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਵੀ ਧਾਤ ਨੂੰ ਕਿਸੇ ਹੋਰ ਧਾਤ ਜਾਂ ਕਿਸੇ ਅਧਾਤ ਦੇ ਨਾਲ ਕੁੱਟਦੇ ਹਾਂ ਜਾਂ ਸੱਟ ਮਾਰਦੇ ਹਾਂ ਤਾਂ ਉਸ ਜਗ੍ਹਾ ਦੇ ਉੱਤੇ ਧਾਤਾਂ ਆਪਦੇ ਵਿੱਚੋਂ ਧੁਨੀ ਉਤਪੰਨ ਕਰਦੀਆਂ ਹਨ। ਇਸ ਲਈ ਧਾਤਾਂ ਦੀ ਆਪਣੀ ਆਵਾਜ਼ ਹੁੰਦੀ ਹੈ, ਜਦੋਂ ਕਿ ਇਸ ਦੇ ਉਲਟ ਅਧਾਤਾਂ ਨੂੰ ਜਦੋਂ ਕਿਸੇ ਧਾਤ ਜਾਂ ਅਧਾਤ ਨਾਲ ਹਿੱਟ ਕੀਤਾ ਜਾਂਦਾ ਹੈ, ਕੁੱਟਿਆ ਜਾਂਦਾ ਹੈ, ਤਾਂ ਉਸ ਜਗ੍ਹਾ ਉੱਪਰ ਟਿਨ ਟਿਨ ਦੀ ਆਵਾਜ਼ ਨਹੀਂ ਨਿਕਲਦੀ। ਉਹਨਾਂ ਦੀ ਆਪਣੀ ਹੀ ਰਫ ਆਵਾਜ਼ ਹੋ ਸਕਦੀ ਹੈ, ਪਰ ਟਿਨ ਟਿਨ ਦੀ ਆਵਾਜ਼ ਉਹਨਾਂ ਵਿੱਚੋਂ ਨਹੀਂ ਉਤਪੰਨ ਹੁੰਦੀ। ਧਾਤਾਂ ਅਤੇ ਅਧਾਤਾਂ ਦੇ ਰਸਾਇਣਿਕ ਗੁਣ। ਆਓ ਅਸੀਂ ਅਧਿਐਨ ਕਰੀਏ ਕੀ ਹੁੰਦਾ ਹੈ ਜਦੋਂ ਧਾਤਾਂ ਨੂੰ ਹਵਾ ਵਿੱਚ ਜਲਾਇਆ ਜਾਂਦਾ ਹੈ। ਧਾਤ ਆਕਸੀਜਨ ਨਾਲ ਕਿਰਿਆ ਕਰਕੇ ਧਾਤਵੀ ਆਕਸਾਈਡ ਬਣਾਉਂਦੀਆਂ ਹਨ ਅਤੇ ਧਾਤਾਂ ਹਵਾ ਨਾਲ ਕਿਰਿਆ ਕਰਦੀਆਂ ਹਨ। ਅਸੀਂ ਦੇਖ ਰਹੇ ਹਾਂ ਇੱਕ ਲੋਹੇ ਦੀ ਮੇਖ ਆਕਸੀਜਨ ਨਾਲ ਪ੍ਰਤੀਕਿਰਿਆ ਕਿਵੇਂ ਕਰਦੀ ਹੈ। ਵਾਤਾਵਰਣ ਵਿੱਚੋਂ ਲੋਹੇ ਦੀ ਮੇਖ ਨੇ ਆਕਸੀਜਨ ਅਤੇ ਪਾਣੀ ਦੋਵਾਂ ਨਾਲ ਕਿਰਿਆ ਕੀਤੀ ਅਤੇ ਆਇਰਨ ਆਕਸਾਈਡ ਬਣਾ ਲਿਆ। ਜੋ ਤੁਹਾਡੇ ਪਾਸ ਲੋਹੇ ਦੀ ਮੇਖ ਦੇ ਉੱਪਰ ਭੂਰੇ ਰੰਗ ਦਾ ਪਦਾਰਥ ਹੈ, ਉਸ ਨੂੰ ਆਇਰਨ ਆਕਸਾਈਡ ਕਹਿੰਦੇ ਹਨ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਧਾਤਾਂ ਆਕਸੀਜਨ ਨਾਲ ਕਿਰਿਆ ਕਰਦੀਆਂ ਹਨ, ਹਵਾ ਦੇ ਵਿੱਚ ਨਮੀ ਵੀ ਹੁੰਦੀ ਹੈ, ਉਸ ਨਾਲ ਕਿਰਿਆ ਕਰਦੀਆਂ ਹਨ ਤਾਂ ਧਾਤ ਆਕਸਾਈਡ ਬਣਾ ਲੈਂਦੀਆਂ ਹਨ, ਜਿਵੇਂ ਕਿ ਤੁਹਾਡੇ ਸਾਹਮਣੇ ਆਇਰਨ ਆਕਸਾਈਡ ਬਣਿਆ ਹੈ। ਪ੍ਰਤੀਕਿਰਿਆ ਕਰਦੀਆਂ ਹਨ ਤਾਂ ਕੀ ਹੁੰਦਾ ਹੈ, ਧਾਤ ਪਾਣੀ ਨਾਲ ਕਿਰਿਆ ਕਰਕੇ ਧਾਤ ਆਕਸਾਈਡ ਪਲੱਸ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ। ਅੱਗੇ ਧਾਤ ਆਕਸਾਈਡ ਪਾਣੀ ਨਾਲ ਹੋਰ ਕਿਰਿਆ ਕਰਕੇ ਧਾਤ ਹਾਈਡਰੋ ਆਕਸਾਈਡ ਬਣਾ ਲੈਂਦਾ ਹੈ। ਰਿਐਕਸ਼ਨ ਆਫ ਮੈਟਲ ਵਿਦ ਵਾਟਰ। ਹੁਣ ਅਸੀਂ ਦੇਖਦੇ ਹਾਂ ਕਿ ਧਾਤਾਂ ਪਾਣੀ ਨਾਲ ਕਿਰਿਆ ਕਿਵੇਂ ਕਰਦੀਆਂ ਹਨ। ਧਾਤਾਂ ਦੀ ਪਾਣੀ ਨਾਲ ਕਿਰਿਆ। ਸੋਡੀਅਮ ਧਾਤ ਦੀ ਪਾਣੀ ਨਾਲ ਕਿਰਿਆ ਦੇਖਾਂਗੇ। ਇੱਕ ਬੀਕਰ ਵਿੱਚ ਪਾਣੀ ਲਿਆ ਅਤੇ ਉਸ ਵਿੱਚ ਛੋਟਾ ਜਿਹਾ ਸੋਡੀਅਮ ਦਾ ਟੁਕੜਾ ਜੋ ਫਿਲਟਰ ਪੇਪਰ ਨਾਲ ਸੁਕਾਇਆ ਹੋਇਆ ਸੀ ਨੂੰ ਪਾਇਆ। ਇਸ ਵਿੱਚ ਅਸੀਂ ਫਿਲਟਰ ਪੇਪਰ ਦਾ ਇਸਤੇਮਾਲ ਕਿਉਂ ਕਰਦੇ ਹਾਂ? ਪਿਆਰੇ ਬੱਚਿਓ, ਸੋਡੀਅਮ ਧਾਤ ਜਦੋਂ ਸਿੱਧਾ ਹੀ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਉਸ ਨਾਲ ਇਹ ਭਿਆਨਕ ਵਿਸਫੋਟ ਵੀ ਹੋ ਸਕਦਾ ਹੈ। ਉਸ ਤੋਂ ਬਚਾਉਣ ਦੇ ਲਈ ਅਸੀਂ ਸਿੱਧਾ ਸੰਪਰਕ ਤੋੜਨ ਦੇ ਲਈ ਅਸੀਂ ਫਿਲਟਰ ਪੇਪਰ ਨਾਲ ਇਸ ਨੂੰ ਪਹਿਲਾਂ ਸੁਕਾਵਾਂਗੇ ਅਤੇ ਉਸੇ ਫਿਲਟਰ ਪੇਪਰ ਦੇ ਨਾਲ ਇਸ ਨੂੰ ਪਾਣੀ ਵਿੱਚ ਪਾਵਾਂਗੇ, ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਤੁਸੀਂ ਦੇਖ ਰਹੇ ਹੋ ਕਿ ਫਿਲਟਰ ਪੇਪਰ ਦੇ ਆਸੇ-ਪਾਸੇ ਛੋਟੀ ਜਿਹੀ ਅੱਗ ਚੱਲਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਜੋ ਸੋਡੀਅਮ ਧਾਤ ਹੈ ਉਹ ਪਾਣੀ ਨਾਲ ਕਿਰਿਆ ਕਰਕੇ ਅੱਗ ਲਗਾਉਂਦੀ ਹੈ। ਇਸ ਦੇ ਆਸੇ-ਪਾਸੇ ਦਾ ਵਾਤਾਵਰਨ ਗਰਮ ਵੀ ਹੋ ਜਾਂਦਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਸੋਡੀਅਮ ਹਾਈਡਰੋਕਸਾਈਡ ਦਾ ਘੋਲ ਬਣ ਗਿਆ ਹੈ। ਜਦੋਂ ਇਸ ਵਿੱਚ ਦੀ ਅਸੀਂ ਲਾਲ ਲਿਟਮਸ ਪੇਪਰ ਪਾਇਆ ਤਾਂ ਉਹ ਨੀਲੇ ਰੰਗ ਦਾ ਹੋ ਗਿਆ। ਇਸ ਲਈ ਸੋਡੀਅਮ ਨੂੰ ਅਸੀਂ ਕੈਰੋਸੀਨ ਮਤਲਬ ਮਿੱਟੀ ਦੇ ਤੇਲ ਦੇ ਵਿੱਚ ਡੁਬੋ ਕੇ ਰੱਖਦੇ ਹਾਂ, ਕਿਉਂਕਿ ਪਾਣੀ ਵਿੱਚ ਪਾਉਣ ਦੇ ਨਾਲ ਇਹ ਪਾਣੀ ਨਾਲ ਤੇਜ਼ ਕਿਰਿਆ ਕਰਦਾ ਹੈ ਤੇ ਇਸ ਨੂੰ ਅੱਗ ਲੱਗ ਜਾਂਦੀ ਹੈ, ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਇਸ ਲਈ ਸੋਡੀਅਮ ਨੂੰ ਮਿੱਟੀ ਦੇ ਤੇਲ ਦੇ ਵਿੱਚ ਰੱਖਣਾ ਪੈਂਦਾ ਹੈ। ਕੀ ਹੁੰਦਾ ਹੈ ਜਦੋਂ ਧਾਤਾਂ ਤੇਜ਼ਾਬ ਨਾਲ ਕਿਰਿਆ ਕਰਦੀਆਂ ਹਨ? ਧਾਤਾਂ ਤੇਜ਼ਾਬ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੀਆਂ ਹਨ। ਆਓ ਇਸ ਕਿਰਿਆ ਦਾ ਅਧਿਐਨ ਅਸੀਂ ਪ੍ਰਯੋਗ ਰਾਹੀਂ ਕਰਕੇ ਦੇਖਦੇ ਹਾਂ। ਧਾਤਾਂ ਦੀ ਤੇਜ਼ਾਬਾਂ ਨਾਲ ਕਿਰਿਆ। ਇੱਕ ਪਰਖਣ ਲਈ
ਇੱਕ ਸਰਫ ਵਾਲਾ ਪਾਣੀ ਜਾਂ ਸਾਬਣ ਵਾਲਾ ਪਾਣੀ ਲਿਆ, ਪਰਖਣ ਵਾਲੀ ਵਿੱਚ 5 ml ਸਲਫਿਊਰਿਕ ਐਸਿਡ ਪਾਇਆ, 20 ml ਸੋਪ ਸੋਲੂਸ਼ਨ ਇੱਕ ਬੀਕਰ ਵਿੱਚ ਲਿਆ, ਪਰਖਣ ਵਾਲੇ ਵਿੱਚ ਜ਼ਿੰਕ ਦੇ ਟੁਕੜੇ ਪਾਏ ਅਤੇ ਅਸੀਂ ਨੋਟ ਕੀਤਾ ਤੇਜ਼ਾਬ ਜ਼ਿੰਕ ਨਾਲ ਕਿਰਿਆ ਕਰਦਾ ਹੈ ਅਤੇ ਰੰਗਹੀਨ ਗੈਸ ਬਾਹਰ ਕੱਢ ਰਿਹਾ ਹੈ। ਰੰਗਹੀਨ ਗੈਸ ਹਾਈਡਰੋਜਨ ਗੈਸ ਹੁੰਦੀ ਹੈ। ਜੋ ਬੁਲਬੁਲੇ ਬਾਹਰ ਨਿਕਲ ਰਹੇ ਹਨ ਉਹਨਾਂ ਦੇ ਨੇੜੇ ਮਾਚਿਸ ਦੀ ਤੀਲੀ ਲਿਆਉਣ 'ਤੇ ਉਹ ਪੌਪ ਸਾਊਂਡ ਨਾਲ ਪਟ-ਪਟ ਕਰਕੇ ਜਲਦੇ ਹਨ, ਜਿਵੇਂ ਤੁਸੀਂ ਦੇਖ ਰਹੇ ਹੋ। The pop sound indicates the presence of hydrogen gas. Pop sound ਹਾਈਡਰੋਜਨ ਗੈਸ ਦੀ ਹੋਂਦ ਨੂੰ ਦਰਸਾਉਂਦੀ ਹੈ। ਜਿਸ ਕਿਰਿਆ ਵਿੱਚ ਜ਼ਿੰਕ ਡਿਲੂਟ ਸਲਫਿਊਰਿਕ ਐਸਿਡ ਨਾਲ ਕਿਰਿਆ ਕਰਦਾ ਹੈ ਅਤੇ ਜ਼ਿੰਕ ਸਲਫੇਟ ਜੋੜ ਹਾਈਡਰੋਜਨ ਗੈਸ ਬਣਾਉਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧਾਤਾਂ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਬਣਾਉਂਦੀਆਂ ਹਨ। Metals react with acid to produce hydrogen gas. ਧਾਤਾਂ ਦੀ ਬੇਸ ਨਾਲ ਖਾਰ ਨਾਲ ਕਿਰਿਆ। ਇਸ ਕਿਰਿਆ ਲਈ ਅਸੀਂ ਸੋਡੀਅਮ ਹਾਈਡਰੋਕਸਾਈਡ ਲਿਆ, ਇਸ ਨੂੰ ਇੱਕ ਪਰਖਣ ਵਾਲੀ ਵਿੱਚ ਪਾਇਆ, ਜਿਸ ਵਿੱਚ ਥੋੜ੍ਹਾ ਜਿਹਾ ਪਾਣੀ ਪਾਇਆ ਅਤੇ ਇਸ ਵਿੱਚ ਐਲੂਮੀਨੀਅਮ ਫੋਇਲ ਪਾਈ। ਤਾਂ ਅਸੀਂ ਨੋਟ ਕੀਤਾ ਕਿ ਐਲੂਮੀਨੀਅਮ ਖਾਰ ਨਾਲ ਕਿਰਿਆ ਕਰਦਾ ਹੈ ਅਤੇ ਐਲੂਮੀਨੀਅਮ ਧਾਤ ਹੈ ਜੋ ਖਾਰਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰ ਰਹੀ ਹੈ, ਜੋ ਤੁਹਾਡੇ ਸਾਹਮਣੇ ਬੁਲਬੁਲੇ ਮਾਚਿਸ ਦੀ ਤੀਲੀ ਨਾਲ ਜਲ ਕੇ ਪਟ-ਪਟ ਦੀ ਆਵਾਜ਼ ਮਤਲਬ ਪੌਪ ਸਾਊਂਡ ਪ੍ਰੋਡਿਊਸ ਕਰ ਰਹੇ ਹਨ। ਐਲੂਮੀਨੀਅਮ ਸੋਡੀਅਮ ਹਾਈਡਰੋਕਸਾਈਡ ਪਲੱਸ ਪਾਣੀ ਕਿਰਿਆ ਕਰਕੇ ਸੋਡੀਅਮ ਐਲੂਮੀਨੇਟ ਪਲੱਸ ਹਾਈਡਰੋਜਨ ਗੈਸ ਪੈਦਾ ਕਰਦੇ ਹਨ। ਮੈਟਲਸ ਰਿਐਕਟ ਵਿਦ ਬੇਸ ਟੂ ਪ੍ਰੋਡਿਊਸ ਹਾਈਡਰੋਜਨ ਗੈਸ। ਧਾਤਾਂ ਹੋਰ ਧਾਤਵੀ ਲੂਣਾਂ ਨਾਲ ਕਿਵੇਂ ਪ੍ਰਤੀਕਿਰਿਆਵਾਂ ਕਰਦੀਆਂ ਹਨ। ਇਸ ਕਿਰਿਆ ਵਿੱਚ ਤੁਹਾਨੂੰ ਦਿਖਾਇਆ ਗਿਆ ਹੈ ਕਿ ਕਾਪਰ ਸਲਫੇਟ ਦੇ ਘੋਲ ਵਿੱਚ ਮੇਖ ਡੁਬੋਈ ਗਈ ਹੈ, ਜੋ ਕੁਝ ਟਾਈਮ ਬਾਅਦ ਕਾਪਰ ਸਲਫੇਟ ਦਾ ਘੋਲ ਰੰਗਹੀਨ ਹੋ ਗਿਆ ਹੈ ਅਤੇ ਲੋਹੇ ਦੀ ਮੇਖ ਉੱਪਰ ਭੂਰੇ ਰੰਗ ਦਾ ਪਦਾਰਥ ਆ ਗਿਆ ਹੈ। ਇਹ ਕਿਰਿਆ ਕਿਵੇਂ ਹੋਈ ਹੈ, ਇਹ ਤੁਹਾਡੇ ਮਨ ਦੇ ਵਿੱਚ ਵਿਚਾਰ ਆ ਰਿਹਾ ਹੋਵੇਗਾ। ਆਓ ਇਸ ਕਿਰਿਆ ਨੂੰ ਕਰਕੇ ਵੇਖੀਏ। ਅਸੀਂ ਇੱਕ ਬੀਕਰ ਲਿਆ, ਜਿਸ ਵਿੱਚ ਕਾਪਰ ਸਲਫੇਟ ਦਾ ਨੀਲੇ ਰੰਗ ਦਾ ਘੋਲ ਪਾਇਆ ਅਤੇ ਇਸ ਦੇ ਨਾਲ ਅਸੀਂ ਇੱਕ ਜ਼ਿੰਕ ਦਾ ਟੁਕੜਾ ਲਿਆ, ਜਿਸ ਦੇ ਰੰਗ ਨੂੰ ਅਸੀਂ ਨੋਟ ਕੀਤਾ ਚਮਕਦਾਰ ਸਿਲਵਰ ਕਲਰ ਦਾ ਹੈ। ਅਸੀਂ ਹੁਣ ਇਸ ਨੂੰ ਕਾਪਰ ਸਲਫੇਟ ਦੇ ਘੋਲ ਦੇ ਵਿੱਚ ਡੁਬੋ ਦਿੱਤਾ। ਕੁਝ ਸਮੇਂ ਬਾਅਦ ਅਸੀਂ ਨੋਟ ਕੀਤਾ ਕਾਪਰ ਸਲਫੇਟ ਦਾ ਘੋਲ ਦਾ ਰੰਗ ਹਲਕਾ ਹੋਣਾ ਸ਼ੁਰੂ ਹੋ ਗਿਆ ਅਤੇ ਜ਼ਿੰਕ ਦੇ ਟੁਕੜੇ ਉੱਪਰ ਕਾਲੇ ਰੰਗ ਦੀ ਪਰਤ ਚੜ੍ਹਨੀ ਸਟਾਰਟ ਹੋ ਗਈ ਹੈ। ਅਸਲ ਵਿੱਚ ਇਹ ਇੱਕ ਰਸਾਇਣਿਕ ਪ੍ਰਤੀਕਿਰਿਆ ਹੋ ਰਹੀ ਹੈ, ਜਿਸ ਨੂੰ ਵਿਸਥਾਪਨ ਕਿਰਿਆ ਬੋਲਦੇ ਹਨ। ਅਸੀਂ ਨੋਟ ਕੀਤਾ ਕਿ ਨੀਲਾ ਘੋਲ ਰੰਗਹੀਨ ਹੋ ਗਿਆ ਅਤੇ ਜ਼ਿੰਕ ਦੇ ਟੁਕੜੇ ਉੱਪਰ ਕਾਲੇ ਰੰਗ ਦੀ ਪਰਤ ਚੜ੍ਹ ਗਈ ਹੈ। ਇਹ ਕਾਲੇ ਰੰਗ ਦੀ ਪਰਤ ਹਲਕੇ ਬਰਾਊਨ ਰੰਗ ਦੇ ਵਿੱਚ ਵੀ ਹੋ ਸਕਦੀ ਹੈ। ਕਾਪਰ ਸਲਫੇਟ ਦੇ ਘੋਲ ਦੇ ਵਿੱਚ ਕਾਪਰ 2 ਪੋਜ਼ਿਟਿਵ ਆਇਨ ਅਤੇ ਸਲਫੇਟ 2 ਪੋਜ਼ਿਟਿਵ ਆਇਨ ਬਣਦੇ ਹਨ। ਜਦੋਂ ਅਸੀਂ ਜ਼ਿੰਕ ਦਾ ਟੁਕੜਾ ਇਸ ਵਿੱਚ ਡੁਬੋਂਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਜ਼ਿੰਕ ਕਾਪਰ ਨਾਲ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇਹ ਪ੍ਰਤੀਕਿਰਿਆ ਕਿਵੇਂ ਹੁੰਦੀ ਹੈ। ਜੋ ਸਾਡੇ ਪਾਸ ਜ਼ਿੰਕ ਦਾ ਟੁਕੜਾ ਹੁੰਦਾ ਹੈ, ਉਸ ਦੇ ਵਿੱਚ ਜ਼ਿੰਕ
ਦੇ ਪਰਮਾਣੂ ਹੁੰਦੇ ਹਨ ਜੋ ਹੌਲੀ ਹੌਲੀ ਕਾਪਰ ਦੇ ਨਾਲ ਅਦਲਾ ਬਦਲੀ ਕਰ ਲੈਂਦੇ ਹਨ। ਹੁਣ ਜ਼ਿੰਕ ਰਿਐਕਟੀਵਿਟੀ ਸੀਰੀਜ਼ ਦੇ ਉੱਪਰ ਦੇ ਵਿੱਚ ਕਾਪਰ ਤੋਂ ਉੱਪਰ ਹੁੰਦਾ ਹੈ, ਇਸ ਲਈ ਜ਼ਿੰਕ ਕਾਪਰ ਦੇ ਨਾਲੋਂ ਵੱਧ ਕਿਰਿਆਸ਼ੀਲ ਹੈ। ਇਸ ਲਈ ਜ਼ਿੰਕ ਆਪਦੇ 2 ਇਲੈਕਟ੍ਰੋਨ ਆਪਦੇ ਕੋਲੋਂ ਬਾਹਰ ਕੱਢ ਦੇਵੇਗਾ। ਇਸ ਦਾ ਉਲਟ ਕਾਪਰ 2 ਇਲੈਕਟ੍ਰੋਨ ਜੋ ਜ਼ਿੰਕ ਨੇ ਛੱਡੇ ਹਨ ਉਹਨਾਂ ਨੂੰ ਆਪਦੇ ਵਿੱਚ ਲੈ ਲੈਣ। ਜਿਵੇਂ ਕਿ ਅਸੀਂ ਦੇਖ ਰਹੇ ਹਾਂ, ਜ਼ਿੰਕ ਨੇ 2 ਇਲੈਕਟ੍ਰੋਨ ਬਾਹਰ ਕੱਢੇ, ਕਾਪਰ ਉਹਨਾਂ ਨੂੰ ਆਪਣੇ ਅੰਦਰ ਅਬਜ਼ੌਰਬ ਕਰੇਗਾ ਅਤੇ ਜ਼ਿੰਕ ਘੋਲ ਦੇ ਵਿੱਚ ਆ ਜਾਏਗਾ। ਕਾਪਰ ਜ਼ਿੰਕ ਦੀ ਜਗ੍ਹਾ ਉੱਪਰ ਜਾ ਕੇ ਜੰਮ ਜਾਏਗਾ। ਇਸੇ ਤਰ੍ਹਾਂ ਹੀ ਸਾਰਾ ਕਾਪਰ ਜ਼ਿੰਕ ਦੇ ਉੱਪਰ ਜੰਮ ਜਾਂਦਾ ਹੈ, ਜ਼ਿੰਕ ਘੋਲ ਦੇ ਵਿੱਚ ਆ ਜਾਂਦਾ ਹੈ। ਆਓ ਇਸ ਕਿਰਿਆ ਨੂੰ ਦੇਖੀਏ। ਤੁਹਾਡੇ ਸਾਹਮਣੇ ਕਾਪਰ ਦੇ ਉੱਤੇ 2 ਪੋਜ਼ਿਟਿਵ ਚਾਰਜ ਹੈ, 2 ਇਲੈਕਟ੍ਰੋਨ ਅਬਜ਼ੌਰਬ ਕਰ ਰਿਹਾ ਹੈ ਅਤੇ ਕਾਪਰ ਧਾਤ ਬਣ ਰਿਹਾ ਹੈ। ਇਸ ਦਾ ਲਘੂਕਰਨ ਹੋ ਰਿਹਾ ਹੈ। ਤੁਸੀਂ ਦੇਖ ਰਹੇ ਹੋ ਬੱਚਿਓ, ਜ਼ਿੰਕ ਬਾਹਰ ਨਿਕਲ ਗਿਆ, ਕਾਪਰ ਨੇ ਜਾ ਕੇ ਜ਼ਿੰਕ ਦੀ ਜਗ੍ਹਾ ਲੈ ਲਈ। ਇਸੇ ਤਰ੍ਹਾਂ ਹੀ ਬਹੁਤ ਸਾਰੇ ਕਾਪਰ ਜ਼ਿੰਕ ਦੀ ਜਗ੍ਹਾ ਲੈ ਲੈਂਦੇ ਹਨ ਅਤੇ ਜ਼ਿੰਕ ਘੋਲ ਦੇ ਵਿੱਚ ਆ ਜਾਂਦਾ ਹੈ। ਜ਼ਿੰਕ ਸਲਫੇਟ ਦਾ ਘੋਲ ਰੰਗਹੀਨ ਹੁੰਦਾ ਹੈ, ਇਸ ਲਈ ਕੁਝ ਸਮੇਂ ਬਾਅਦ ਘੋਲ ਰੰਗਹੀਨ ਹੋ ਜਾਂਦਾ ਹੈ। ਹੁਣ ਇਸ ਤੋਂ ਉਲਟ ਪ੍ਰਤੀਕਿਰਿਆ ਕਰਕੇ ਦੇਖਾਂਗੇ। ਜ਼ਿੰਕ ਸਲਫੇਟ ਦੇ ਘੋਲ ਦੇ ਵਿੱਚ ਕਾਪਰ ਦੀ ਪੱਤੀ ਡੁਬੋ ਕੇ ਦੇਖਾਂਗੇ ਕਿ ਇਹ ਪ੍ਰਤੀਕਿਰਿਆ ਉਲਟ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਜਦੋਂ ਹੀ ਅਸੀਂ ਨੇ ਕਾਪਰ ਦੀ ਪੱਤੀ ਜ਼ਿੰਕ ਸਲਫੇਟ ਦੇ ਘੋਲ ਦੇ ਵਿੱਚ ਪਾਈ ਤਾਂ ਅਸੀਂ ਦੇਖਿਆ ਘੰਟੇ ਬਾਅਦ ਨੋਟ ਕੀਤਾ ਕੋਈ ਪ੍ਰਤੀਕਿਰਿਆ ਨਹੀਂ ਹੋ ਰਹੀ ਸੀ। ਇਸ ਤੋਂ ਅਸੀਂ ਨੋਟ ਕੀਤਾ ਕਿ ਜ਼ਿੰਕ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ। ਉਹ ਇਸ ਕਾਪਰ ਸਲਫੇਟ ਦੇ ਲੂਣ ਦੇ ਘੋਲ ਦੇ ਨਾਲ ਕਿਰਿਆ ਕਰਕੇ ਕਾਪਰ ਸਲਫੇਟ ਨੂੰ ਵਿਸਥਾਪਿਤ ਕਰ ਦਿੰਦਾ ਹੈ। ਕਿਰਿਆਸ਼ੀਲਤਾ ਲੜੀ। ਕਿਰਿਆਸ਼ੀਲਤਾ ਲੜੀ ਕੀ ਹੁੰਦੀ ਹੈ? ਇਹ ਧਾਤਾਂ ਦੀ ਲੜੀ ਬਣਾਈ ਗਈ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਸ ਵਿੱਚ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਲੈਡ, ਹਾਈਡਰੋਜਨ, ਕਾਪਰ, ਮਰਕਰੀ, ਸਿਲਵਰ ਅਤੇ ਗੋਲਡ ਦੀ ਇੱਕ ਲੜੀ ਬਣਾਈ ਗਈ ਹੈ, ਜਿਸ ਵਿੱਚ ਇਸ ਲੜੀ ਨੂੰ ਅਸੀਂ ਨੇ 3 ਭਾਗਾਂ ਵਿੱਚ ਵੰਡਿਆ ਹੈ। ਜਿਸ ਵਿੱਚ ਸਭ ਤੋਂ ਉੱਪਰ ਅਸੀਂ ਨੇ ਪਹਿਲਾ ਭਾਗ ਸਭ ਤੋਂ ਵੱਧ ਕਿਰਿਆਸ਼ੀਲ ਲੜੀ ਦਾ ਬਣਾਇਆ ਹੈ, ਜਿਸ ਵਿੱਚ ਮੇਨ 3 ਤੱਤ ਪੋਟਾਸ਼ੀਅਮ, ਸੋਡੀਅਮ, ਕੈਲਸ਼ੀਅਮ ਆਉਂਦੇ ਹਨ, ਜੋ ਬਹੁਤ ਹੀ ਜ਼ਿਆਦਾ ਕਿਰਿਆਸ਼ੀਲ ਹਨ ਕਿ ਇਹ ਹਵਾ ਦੇ ਵਿਚਲੀ ਨਮੀ ਨਾਲ ਕਿਰਿਆ ਕਰਕੇ ਆਪਣੇ ਆਪ ਨੂੰ ਅੱਗ ਤੱਕ ਲਗਾ ਲੈਂਦੇ ਹਨ। ਇਸ ਤੋਂ ਬਾਅਦ ਘੱਟ ਕਿਰਿਆਸ਼ੀਲਤਾ ਵਾਲੀ ਲੜੀ ਆਉਂਦੀ ਹੈ, ਜੋ ਹਵਾ ਦੇ ਨਾਲ ਸਿਰਫ ਮਾਮੂਲੀ ਜੀ ਕਿਰਿਆ ਕਰਦੀਆਂ ਹਨ, ਜੋ ਹਨ ਮੈਗਨੀਸ਼ੀਅਮ, ਐਲੂਮੀਨੀਅਮ, ਜ਼ਿੰਕ, ਆਇਰਨ, ਲੈਡ। ਇਹ ਲੜੀ ਦਾ ਵਰਗ ਘੱਟ ਕਿਰਿਆਸ਼ੀਲ ਹੈ, ਪਰ ਇਹ ਹਵਾ ਦੇ ਵਿੱਚ ਰੱਖਣ ਦੇ ਨਾਲ ਆਪਣੇ ਉੱਪਰ ਇੱਕ ਪਰਤ ਬਣਾ ਲੈਂਦੇ ਹਨ, ਜਿਸ ਨੂੰ ਧਾਤਵੀ ਪਰਤ ਕਿਹਾ ਜਾਂਦਾ ਹੈ। ਹਾਈਡਰੋਜਨ, ਕਾਪਰ, ਮਰਕਰੀ, ਸਿਲਵਰ ਤੇ ਗੋਲਡ ਵੱਲ ਵੱਧਦੇ ਹਾਂ। ਇਹ ਬਹੁਤ ਘੱਟ ਕਿਰਿਆਸ਼ੀਲ ਪਦਾਰਥ ਹਨ। ਜਿੱਥੇ ਅਸੀਂ ਗੱਲ ਕਰਾਂਗੇ ਹਾਈਡਰੋਜਨ ਅਤੇ ਕਾਪਰ ਦੀ, ਮਰਕਰੀ ਦੀ, ਇਹ ਵੀ ਥੋੜ੍ਹਾ ਬਹੁਤਾ ਕਿਰਿਆ ਕਰਦੀਆਂ ਹਨ, ਪਰ ਸਿਲਵਰ ਤੇ ਗੋਲਡ, ਸੋਨਾ, ਇਹ ਬਹੁਤ ਘੱਟ ਕਿਰਿਆ ਕਰਦੀਆਂ ਹਨ। ਆਪਾਂ ਮੰਨੋ ਇਹ ਕਿਰਿਆਸ਼ੀਲ ਨਹੀਂ ਹਨ, ਇਸੇ ਲਈ ਇਹਨਾਂ ਦੇ ਅਸੀਂ ਗਹਿਣੇ ਬਣਾਉਂਦੇ ਹਾਂ ਅਤੇ ਗਹਿਣੇ ਜਲਦੀ ਖਰਾਬ ਨਹੀਂ ਹੁੰਦੇ। ਇਸ ਤਰ੍ਹਾਂ ਦੀ ਬਣੀ ਹੋਈ ਲੜੀ ਨੂੰ ਅਸੀਂ ਕਿਰਿਆਸ਼ੀਲਤਾ ਲੜੀ ਆਖਾਂਗੇ। ਇਹ ਕਿਰਿਆਸ਼ੀਲਤਾ ਲੜੀ ਵਿੱਚ ਉੱਪਰ ਤੋਂ ਹੇਠਾਂ ਵੱਲ ਇੱਕ ਐਰੋ ਲਗਾਇਆ ਗਿਆ ਹੈ, ਜੋ ਇਹਨਾਂ ਦੀ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਨੂੰ ਦਰਸਾਉਂਦਾ ਹੈ। ਉੱਪਰ ਸਭ ਤੋਂ ਵੱਧ ਕਿਰਿਆਸ਼ੀਲ, ਵਿਚਕਾਰ
ਮੱਧਮ ਕਿਰਿਆਸ਼ੀਲ ਅਤੇ ਹੇਠਾਂ ਵਾਲੇ ਤੱਤ ਸਭ ਤੋਂ ਘੱਟ ਸ਼੍ਰੇਣੀ ਵਾਲੇ ਹੁੰਦੇ ਹਨ। ਸਭ ਤੋਂ ਪਹਿਲਾਂ ਅਸੀਂ ਇੱਕ ਬੀਕਰ ਵਿੱਚ ਨਾਈਟ੍ਰਿਕ ਐਸਿਡ ਪਾਇਆ। ਇਸ ਬੀਕਰ ਵਿੱਚ ਅਸੀਂ ਕਾਪਰ ਦਾ ਟੁਕੜਾ ਪਾਵਾਂਗੇ ਅਤੇ ਨੋਟ ਕੀਤਾ ਕਿ ਨਾਈਟ੍ਰਿਕ ਐਸਿਡ ਕਾਪਰ ਨਾਲ ਤੇਜ਼ ਕਿਰਿਆ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਅਸੀਂ ਨਾਈਟ੍ਰਿਕ ਐਸਿਡ ਵਿੱਚ ਜ਼ਿੰਕ ਦਾ ਟੁਕੜਾ ਪਾਇਆ ਅਤੇ ਨੋਟ ਕੀਤਾ ਇਹ ਕਿਰਿਆ ਕਾਪਰ ਦੇ ਨਾਲੋਂ ਤੇਜ਼ ਕਿਰਿਆ ਹੋ ਰਹੀ ਹੈ, ਜਿਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਨਾਈਟ੍ਰੋਜਨ ਦੀ ਆਕਸਾਈਡ ਦੀ ਕੋਈ ਗੈਸ ਬਾਹਰ ਨਿਕਲ ਰਹੀ ਹੈ, ਪਰ ਹਾਈਡਰੋਜਨ ਗੈਸ ਇਹਦੇ ਵਿੱਚੋਂ ਨਹੀਂ ਨਿਕਲ ਰਹੀ। ਅਸੀਂ ਦੇਖ ਰਹੇ ਹਾਂ ਇਹ ਬਹੁਤ ਤੇਜ਼ ਪ੍ਰਤੀਕਿਰਿਆ ਹੋ ਰਹੀ ਹੈ, ਜੋ ਭੂਰੇ ਰੰਗ ਦੀ ਲਾਲ ਭੂਰੇ ਰੰਗ ਦੀ ਗੈਸ ਬਾਹਰ ਨਿਕਲ ਰਹੀ ਹੈ, ਜਦ ਕਿ ਹਾਈਡਰੋਜਨ ਰੰਗਹੀਨ ਗੈਸ ਹੁੰਦੀ ਹੈ। ਤਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਇਸ ਪਾਠ ਦੇ ਵਿੱਚ ਜੋ ਪੜ੍ਹਾਇਆ ਗਿਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਵੇਗਾ। ਤਾਂ ਮੈਂ ਤੁਹਾਡੇ ਤੋਂ ਹੁਣ ਕੁਝ ਕੁਐਸਚਨ ਪੁੱਛਾਂਗਾ। ਪਹਿਲਾ ਕੁਐਸਚਨ, ਕਿਹੜੀ ਧਾਤ ਨੂੰ ਮਿੱਟੀ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਅਤੇ ਕਿਉਂ? ਕਿਹੜੀ ਹੋਏਗੀ ਵਿਦਿਆਰਥੀਓ? ਸੋਡੀਅਮ ਧਾਤ। ਕਿਉਂ? ਇਹ ਨਮੀ ਵਾਲੀ ਹਵਾ ਨਾਲ ਕਿਰਿਆ ਕਰਕੇ ਅੱਗ ਫੜ ਲੈਂਦੀ ਹੈ, ਇਸ ਲਈ ਇਸ ਨੂੰ ਮਿੱਟੀ ਦੇ ਤੇਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ। ਅਗਲਾ ਪ੍ਰਸ਼ਨ, ਕਿਹੜੀ ਧਾਤ ਸਭ ਤੋਂ ਵੱਧ ਕਿਰਿਆਸ਼ੀਲ ਹੈ? ਜੋ ਹੇਠਾਂ ਦਿੱਤੀਆਂ ਗਈਆਂ ਹਨ ਉਹਨਾਂ ਵਿੱਚੋਂ ਅਸੀਂ ਨੇ ਦੱਸਣਾ ਹੈ। ਜੋ ਕਿਰਿਆਸ਼ੀਲਤਾ ਲੜੀ ਹੈ ਇਹ ਉਸ ਦੇ ਵਿੱਚੋਂ ਤੁਸੀਂ ਦੇਖਣਾ ਹੁੰਦਾ ਹੈ। ਆਨਸਰ ਹੈ ਮੈਗਨੀਸ਼ੀਅਮ। ਕਿਰਿਆਸ਼ੀਲਤਾ ਲੜੀ ਜੋ ਇਹਨਾਂ ਚਾਰ ਤੱਤਾਂ ਦੀ ਬਣਾਉਣੀ ਹੈ ਉਹ ਹੈ ਮੈਗਨੀਸ਼ੀਅਮ ਸਭ ਤੋਂ ਵੱਧ ਕਿਰਿਆਸ਼ੀਲ, ਉਸ ਤੋਂ ਘੱਟ ਜ਼ਿੰਕ, ਉਸ ਤੋਂ ਘੱਟ ਆਇਰਨ ਤੇ ਸਭ ਤੋਂ ਘੱਟ ਇਹਨਾਂ ਵਿੱਚੋਂ ਕਾਪਰ ਹੈ। ਥੈਂਕ ਯੂ।